ਹੈਲੋ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਪੀਐਸ ਸਟੱਡੀ ਦੇ ਲਈ ਇੱਕ ਸਪੈਸ਼ਲ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਸੀਡੀਪੀ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਐਮਸੀਕਿਊ ਆਪਾਂ ਕਵਰ ਕਰਾਂਗੇ। ਤਾਂ ਕਲਾਸ ਨੂੰ ਐਂਡ ਤੱਕ ਦੇਖਿਓ, ਇੱਕ ਵੀ ਐਮਸੀਕਿਊ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਬਹੁਤ ਇੰਪੋਰਟੈਂਟ ਐਮਸੀਕਿਊ ਆਪਾਂ ਇਹ ਕਲਾਸ ਦੇ ਵਿੱਚ ਰੱਖੇ ਨੇ। ਇਸ ਤੋਂ ਪਹਿਲਾਂ ਆਪਣੀਆਂ ਸੀਡੀਪੀ ਦੇ ਨਾਲ ਰਿਲੇਟਡ ਕਲਾਸਾਂ ਅਪਲੋਡ ਹੋ ਚੁੱਕੀਆਂ ਨੇ ਚੈਨਲ ਦੇ ਉੱਪਰ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ। ਪੰਜਾਬ ਜੀ ਕੇ, ਮਾਡਰਨ ਹਿਸਟਰੀ, ਪੋਲਿਟੀ, ਜੋਗਰਾਫੀ ਅਤੇ ਸੀਡੀਪੀ ਦੀ ਵੀ ਇੱਕ ਪਲੇਲਿਸਟ ਬਣੀ ਹੋਈ ਹੈ। ਤਾਂ ਸੀਡੀਪੀ ਦੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਸੀਰੀਜ਼ ਵਾਈਜ਼ ਵੀਡੀਓ ਲਗਾ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਆਪਣਾ ਸੈਸ਼ਨ ਸੀਡੀਪੀ ਦਾ ਬਹੁਤ ਇੰਪੋਰਟੈਂਟ ਰਹਿਣ ਵਾਲਾ ਹੈ। ਤੈਨੂੰ ਐਂਡ ਤੱਕ ਦੇਖਿਓ, ਇੱਕ ਵੀ ਕੁਐਸਚਨ ਮਿਸ ਨਾ ਕਰਿਓ, ਕਿਉਂਕਿ ਇਹਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਇਹ ਜਿਹੜੇ ਸੀਡੀਪੀ ਦੇ ਸੈਸ਼ਨ ਨੇ ਇਹ ਪੀਐਸ ਟੈਟ, ਸੀ ਟੈਟ, ਠੀਕ ਹੈ ਜੀ। ਤਾਂ ਜਿੰਨੇ ਵੀ ਸੀਡੀਪੀ ਜਿਨ੍ਹਾਂ ਪੇਪਰਾਂ ਦੇ ਵਿੱਚ ਆਉਂਦੀ ਹੈ ਤਾਂ ਉਹ ਸਾਰੇ ਪੇਪਰਾਂ ਦੇ ਲਈ ਸੀਡੀਪੀ ਦਾ ਜਿਹੜਾ ਆਪਣਾ ਬੈਚ ਹੈ ਬਹੁਤ ਇੰਪੋਰਟੈਂਟ ਹੈ। ਤੁਹਾਨੂੰ ਵੀਡੀਓ ਨੂੰ ਐਂਡ ਤੱਕ ਦੇਖਿਓ। ਸਟਾਰਟ ਕਰਦੇ ਆਪਣਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਤੋਂ। ਪਹਿਲਾ ਜਿਹੜਾ ਕੁਐਸਚਨ ਹੈ, ਵਾਈਗੋਸਕੀ ਦੇ ਅਨੁਸਾਰ ਬੌਧਿਕ ਵਿਕਾਸ ਦਾ ਮੁੱਢਲਾ ਕਾਰਨ ਕੀ ਹੈ? ਅਕੋਰਡਿੰਗ ਟੂ ਵਾਈਗੋਸਕੀ ਦੀ ਪ੍ਰਾਇਮਰੀ ਕਾਜ਼ ਆਫ ਕੋਗਨੀਟਿਵ ਡਿਵੈਲਪਮੈਂਟ ਇਜ਼ ਸੋਸ਼ਲ ਇੰਟਰੈਕਸ਼ਨ, ਮੈਂਟਲ ਐਬਿਲਿਟੀ, ਫਿਜ਼ੀਕਲ ਐਬਿਲਿਟੀ ਜਾਂ ਆਲ ਆਫ ਦੀ ਅਬਵ। ਤਾਂ ਵਾਈਗੋਸਕੀ ਕਿਹਨੂੰ ਮੰਨਦਾ ਹੈ? ਆਪਣਾ ਜਿਹੜਾ ਆਪਣੇ ਇੰਟੈਲੀਜੈਂਸ ਦਾ ਵਿਕਾਸ ਹੁੰਦਾ ਹੈ, ਕੋਗਨੀਟਿਵ ਡਿਵੈਲਪਮੈਂਟ ਦਾ, ਠੀਕ ਹੈ ਜੀ, ਆਪਣੀ ਬੁੱਧੀ ਦਾ ਵਿਕਾਸ ਹੁੰਦਾ ਹੈ। ਤਾਂ ਵਾਈਗੋਸਕੀ ਉਹ ਕਿਹੜਾ ਕਾਰਨ ਮੰਨਦਾ ਜਿਹਦੇ ਕਾਰਨ ਇਹ ਹੁੰਦਾ? ਸੋਸ਼ਲ ਇੰਟਰੈਕਸ਼ਨ, ਮੈਂਟਲ ਐਬਿਲਿਟੀ, ਫਿਜ਼ੀਕਲ ਐਬਿਲਿਟੀ ਜਾਂ ਆਲ ਆਫ ਦੀ ਅਬਵ। ਸਮਾਜਿਕ ਪਰਸਪਰ ਪ੍ਰਭਾਵ, ਮਾਨਸਿਕ ਯੋਗਤਾ ਜਾਂ ਸਰੀਰਕ ਯੋਗਤਾ। ਤਾਂ ਜੀਨ ਪਿਆਜੇ, ਵਾਈਗੋਸਕੀ ਅਤੇ ਕੋਹਲਬਰਗ ਇਹ ਆਪਣੇ ਲਈ ਬਹੁਤ ਇੰਪੋਰਟੈਂਟ ਨੇ। ਵੈਸੇ ਤਾਂ ਸਾਰੀ ਥਿਊਰੀਜ਼ ਤੁਹਾਡੇ ਲਈ ਇੰਪੋਰਟੈਂਟ ਨੇ, ਤਾਂ ਉਹ ਸਾਰੀਆਂ ਥਿਊਰੀਜ਼ ਆਪਾਂ ਇਹ ਕਲਾਸ ਦੇ ਵਿੱਚ ਅਟੈਂਪਟ ਕਰਾਂਗੇ ਅਤੇ ਅੱਗੇ ਆਉਣ ਵਾਲੇ ਸੈਸ਼ਨ ਦੇ ਵਿੱਚ ਵੀ ਆਪਾਂ ਸਾਰੀਆਂ ਥਿਊਰੀਜ਼, ਸਾਰੀਆਂ ਟਰਮਜ਼ ਜਿੰਨੇ ਵੀ ਆਪਣੀ ਸੀਡੀਪੀ ਦੇ ਨਾਲ ਰਿਲੇਟਡ ਨੇ ਉਹ ਕਵਰ ਕਰਾਂਗੇ। ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਸੋਸ਼ਲ ਇੰਟਰੈਕਸ਼ਨ, ਠੀਕ ਹੈ ਜੀ। ਤਾਂ ਸਮਾਜਿਕ ਪਰਸਪਰ ਪ੍ਰਭਾਵ ਦੇ ਨਾਲ ਜਿਹੜਾ ਆਪਣਾ ਬੌਧਿਕ ਵਿਕਾਸ ਹੁੰਦਾ ਹੈ, ਮੁੱਢਲਾ ਕਾਰਨ ਆਪਣਾ ਕੀ ਹੈ? ਸੋਸ਼ਲ ਇੰਟਰੈਕਸ਼ਨ, ਠੀਕ ਹੈ। ਆਪਣਾ ਜਦੋਂ ਆਪਾਂ ਇੱਕ ਦੂਸਰੇ ਨਾਲ ਇੰਟਰੈਕਸ਼ਨ ਕਰਦੇ ਹਾਂ ਤਾਂ ਉਸ ਚੀਜ਼ ਦਾ ਆਪਣੇ 'ਤੇ ਪ੍ਰਭਾਵ ਪੈਂਦਾ, ਉਹਦੇ ਨਾਲ ਆਪਣਾ ਬੌਧਿਕ ਵਿਕਾਸ ਹੁੰਦਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਇਨਸਾਈਟ ਥਿਊਰੀ ਆਫ ਲਰਨਿੰਗ ਕਿਸ ਦੀ ਥਿਊਰੀ ਹੈ? ਦੀ ਇਨਸਾਈਟ ਥਿਊਰੀ ਆਫ ਲਰਨਿੰਗ ਇਜ਼ ਕੋਇਨਡ ਬਾਏ ਹੂਮ? ਜੀਨ ਪਿਆਜੇ, ਵਾਈਗੋਸਕੀ, ਕੋਹਲਬਰਗ ਜਾਂ ਵੋਲਫਗੈਂਗ ਕੋਹਲਰ। ਇਨਸਾਈਟ ਥਿਊਰੀ ਆਫ ਲਰਨਿੰਗ, ਇਹ ਸਾਰੇ ਕੁਐਸਚਨ ਤੁਹਾਡੇ ਪਿਛਲੀ ਵਾਰ ਟੈਟ ਦੇ ਵਿੱਚ ਰਿਪੀਟ ਹੋਏ ਕੁਐਸਚਨ ਨੇ, ਠੀਕ ਹੈ ਜੀ। ਤਾਂ ਸਾਰੇ ਕੁਐਸਚਨ ਧਿਆਨ ਨਾਲ ਅਟੈਂਪਟ ਕਰਿਓ, ਅੱਗੇ ਵੀ ਤੁਹਾਨੂੰ ਇਹ ਕੁਐਸਚਨ ਦੇਖਣ ਨੂੰ ਮਿਲ ਸਕਦੇ ਨੇ। ਇਨਸਾਈਟ ਥਿਊਰੀ ਆਫ ਲਰਨਿੰਗ ਕਿਸ ਦੀ ਥਿਊਰੀ ਹੈ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 4 ਵੋਲਫਗੈਂਗ ਕੋਹਲਰ ਦੀ ਥਿਊਰੀ ਹੈ, ਠੀਕ ਹੈ ਜੀ। ਇਹ ਵੋਲਫਗੈਂਗ ਕੋਹਲਰ ਦੀ ਥਿਊਰੀ ਹੈ, ਕਿਹੜੀ? ਇਨਸਾਈਟ ਥਿਊਰੀ ਆਫ ਲਰਨਿੰਗ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਕਾਸ ਇੱਕ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ। ਇਹ ਵਿਚਾਰ ਕਿਹਦੇ ਨਾਲ ਸੰਬੰਧਿਤ ਹੈ? ਡਿਵੈਲਪਮੈਂਟ ਇਜ਼ ਨੈਵਰ ਐਂਡਿੰਗ ਪ੍ਰੋਸੈਸ, ਆਈਡੀਆ ਇਜ਼ ਰਿਲੇਟਡ ਟੂ, ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ, ਪ੍ਰਿੰਸੀਪਲ ਆਫ ਇੰਟਰੈਕਸ਼ਨ, ਪ੍ਰਿੰਸੀਪਲ ਆਫ ਕੰਟੀਨਿਊਟੀ ਜਾਂ ਪ੍ਰਿੰਸੀਪਲ ਆਫ ਰਿਲੇਸ਼ਨ। ਤਾਂ ਜਿਹੜਾ ਆਪਣੀ ਡਿਵੈਲਪਮੈਂਟ ਹੈ ਇਹ ਆਪਣੀ ਮਤਲਬ ਤਮਾਮ ਉਮਰ ਚੱਲਦੀ ਰਹਿੰਦੀ ਹੈ, ਠੀਕ ਹੈ, ਇਹ ਕਦੇ ਵੀ ਖਤਮ ਨਹੀਂ ਹੁੰਦੀ। ਤਾਂ ਇਹ ਕਿਹੜੇ ਪ੍ਰਿੰਸੀਪਲ 'ਤੇ ਆਧਾਰਿਤ ਹੈ? ਇੰਟੀਗ੍ਰੇਸ਼ਨ 'ਤੇ, ਇੰਟਰੈਕਸ਼ਨ 'ਤੇ, ਕੰਟੀਨਿਊਟੀ 'ਤੇ ਜਾਂ ਰਿਲੇਸ਼ਨ 'ਤੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਪ੍ਰਿੰਸੀਪਲ ਆਫ ਕੰਟੀਨਿਊਟੀ, ਠੀਕ ਹੈ ਜੀ। ਪ੍ਰਿੰਸੀਪਲ ਆਫ ਕੰਟੀਨਿਊਟੀ 'ਤੇ ਆਧਾਰਿਤ ਹੈ। ਕੰਟੀਨਿਊ ਮਤਲਬ ਕਿਸੇ ਜਿਹੜੀ ਚੀਜ਼ ਕੰਟੀਨਿਊ ਚੱਲਦੀ ਰਹੇ, ਜਿਹੜੀ ਕਦੇ ਵੀ ਸਥਿਰ ਨਾ ਹੋਵੇ, ਠੀਕ ਹੈ, ਜਿਹੜੀ ਹਮੇਸ਼ਾ ਚੱਲਦੀ ਰਹਿੰਦੀ ਹੈ। ਤਾਂ ਪ੍ਰਿੰਸੀਪਲ ਆਫ ਕੰਟੀਨਿਊਟੀ 'ਤੇ ਆਧਾਰਿਤ ਹੈ। ਇਹ ਸਥਿਰ ਨਹੀਂ ਹੈਗੀ, ਇਹ ਹਮੇਸ਼ਾ ਚੱਲਣ ਵਾਲੀ ਪ੍ਰਕਿਰਿਆ, ਠੀਕ ਹੈ ਜੀ। ਤਾਂ ਇਹ ਪ੍ਰਿੰਸੀਪਲ ਆਫ ਕੰਟੀਨਿਊਟੀ ਤੁਸੀਂ ਯਾਦ ਰੱਖਣਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਪਹਿਲਾ ਵਿਅਕਤੀਗਤ ਉਪਯੋਗੀ ਬੁੱਧੀ ਪਰਖ ਦਾ ਸਿਧਾਂਤ ਕਿਸ ਦਾ ਹੈ? ਦੀ ਫਸਟ ਯੂਜ਼ਫੁਲ ਇੰਡੀਵਿਜੂਅਲ ਟੈਸਟ ਆਫ ਇੰਟੈਲੀਜੈਂਸ ਇਜ਼ ਕੋਇਨਡ ਬਾਏ ਹੂਮ। ਤਾਂ ਪਹਿਲਾ ਟੈਸਟ ਕਿਹਨਾਂ ਨੇ, ਮਤਲਬ ਪਹਿਲਾ ਸਿਧਾਂਤ ਕਿਹਦਾ ਸੀ? ਇਹ ਜਿਹੜਾ ਪਹਿਲਾ ਸਿਧਾਂਤ ਸੀ ਆਪਣਾ ਇੰਡੀਵਿਜੂਅਲ ਟੈਸਟ ਆਫ ਇੰਟੈਲੀਜੈਂਸ, ਇੰਡੀਵਿਜੂਅਲ ਟੈਸਟ ਆਫ ਇੰਟੈਲੀਜੈਂਸ ਜਿਹੜਾ ਫਸਟ ਸੀ ਉਹ ਕਿਸ ਦਾ ਸੀ? ਬਿਨੇ, ਵਾਈਗੋਸਕੀ, ਜੀਨ ਪਿਆਜੇ ਜਾਂ ਕੀਟਸ ਦਾ।
ਤਾਂ ਇਹੋ ਜਿਹੇ ਤੁਹਾਨੂੰ ਆਉਣਗੀਆਂ ਇਹੋ ਜਿਹੀਆਂ ਟਰਮਸ, ਇਹੋ ਜਿਹੀਆਂ ਜੋ ਥਿਊਰੀਜ਼ ਨੇ, ਠੀਕ ਹੈ। ਜੇ ਪੇਪਰ ਦਾ ਲੈਵਲ ਮੋਡਰੇਟ ਆਉਂਦਾ ਤਾਂ ਇਹਦੇ ਵਿੱਚੋਂ ਤੁਸੀਂ ਸਾਰੀਆਂ ਇਹ ਥਿਊਰੀਜ਼ ਵਧੀਆ ਤਰੀਕੇ ਨਾਲ ਕਵਰ ਕਰਨੀ ਹੈ, ਕਿਉਂਕਿ ਪਿਛਲੀ ਵਾਰ ਜਿਹੜਾ ਟੈਟ ਆਇਆ ਸੀ ਉਹ ਕਾਫੀ ਮੋਡਰੇਟ ਲੈਵਲ ਦਾ ਸੀ, ਉਹਦੇ ਵਿੱਚ ਵਧੀਆ CDP, ਚੰਗੇ ਲੈਵਲ ਦੀ CDP ਪਾਈ ਹੋਈ ਸੀ। ਤਾਂ ਆਪਾਂ ਸਾਰੇ ਕੁਐਸਚਨ ਇਹ ਪਿਛਲੇ ਪੇਪਰਾਂ ਦਾ ਐਨਾਲਿਸਿਸ ਕਰਕੇ ਉਹਨਾਂ ਦੇ ਵਿੱਚੋਂ ਪਿਕ ਕਰਕੇ, ਠੀਕ ਹੈ ਜੀ, ਤਾਂ ਇਹ ਅੱਗੇ ਵੀ ਤੁਹਾਨੂੰ ਇਹ ਬਹੁਤ ਫਾਇਦਾ ਦੇਣਗੇ, ਠੀਕ ਹੈ। ਤਾਂ ਪੇਪਰ ਨੂੰ ਆਪਾਂ ਧਿਆਨ ਦੇ ਵਿੱਚ ਰੱਖ ਕੇ ਉਸ ਹਿਸਾਬ ਨਾਲ ਤੁਹਾਡੇ ਅੱਗੇ ਕੁਐਸਚਨ ਸੈੱਟ ਕੀਤੇ ਨੇ। ਤਾਂ ਪਹਿਲਾ ਵਿਅਕਤੀਗਤ ਉਪਯੋਗੀ ਬੁੱਧੀ ਪਰਖ ਦਾ ਸਿਧਾਂਤ, ਦ ਫਸਟ ਯੂਜ਼ਫੁਲ ਇੰਡੀਵਿਜੂਅਲ ਟੈਸਟ ਆਫ ਇੰਟੈਲੀਜੈਂਸ ਇਜ਼ ਕੋਇਨਡ ਬਾਈ ਹੂਮ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਬਿਨੇ ਦਾ ਹੈ, ਠੀਕ ਹੈ ਜੀ, ਬਿਨੇ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਜਦੋਂ ਇੱਕ ਬੱਚਾ ਫੇਲ ਹੁੰਦਾ ਹੈ ਤਾਂ ਇਸ ਦਾ ਮਤਲਬ ਹੈ ਵੈਨ ਅ ਚਾਈਲਡ ਫੇਲਸ ਇਟ ਮੀਨਸ ਚਾਈਲਡ ਹੈਜ਼ ਨਾਟ ਮੈਮੋਰਾਈਜ਼ ਆਨਸਰ, ਮਤਲਬ ਬੱਚੇ ਨੇ ਜਿਹੜੇ ਉਹ ਆਨਸਰ ਹੈ ਉਹਦੇ ਉੱਤਰ ਯਾਦ ਨਹੀਂ ਹੈਗੇ। ਦੀ ਸਿਸਟਮ ਹੈਜ਼ ਫੇਲਡ, ਸਾਰਾ ਸਿਸਟਮ ਹੀ ਫੇਲ ਹੋ ਮਤਲਬ ਆਪਾਂ ਸਾਰੇ ਸਿਸਟਮ ਨੂੰ ਫੇਲ ਮੰਨਾਂਗੇ ਜੇ ਬੱਚਾ ਫੇਲ ਹੁੰਦਾ। ਦ ਚਾਈਲਡ ਨਾਟ ਫਿਟ ਫॉर ਸਟੱਡੀ, ਜਿਹੜਾ ਬੱਚਾ ਹੈ ਉਹ ਪੜ੍ਹਨ ਦੇ ਯੋਗ ਨਹੀਂ ਹੈਗਾ, ਠੀਕ ਹੈ, ਫਿਟ ਨਹੀਂ ਆ ਰਿਹਾ ਉਹ ਸਟੱਡੀ ਕਰਨ ਦੇ ਵਿੱਚ, ਜਾਂ ਆਲ ਆਫ ਦੀ ਅਬਵ, ਠੀਕ ਹੈ। ਤਾਂ ਇਹੋ ਜਿਹੀਆਂ ਸਟੇਟਮੈਂਟਸ ਦੇ ਵਿੱਚ ਆਪਾਂ ਆਪਣੀ ਕਾਮਨ ਸੈਂਸ ਦਾ ਇਸਤੇਮਾਲ ਕਰਨਾ ਹੁੰਦਾ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਾਂ ਇੱਕ ਇਹੋ ਜਿਹੀ ਡੈਫੀਨੇਸ਼ਨ ਦੱਸਣੀ ਹੁੰਦੀ ਹੈ ਕਿ ਜਦੋਂ ਬੱਚਾ ਫੇਲ ਹੁੰਦਾ ਤਾਂ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ, ਠੀਕ ਹੈ। ਤਾਂ ਜਿਵੇਂ ਇਹਦਾ ਪਹਿਲਾ ਆਪਸ਼ਨ ਹੈਗਾ ਚਾਈਲਡ ਹੈਜ਼ ਨਾਟ ਮੈਮੋਰਾਈਜ਼ ਆਨਸਰ, ਤਾਂ ਇਹ ਆਪਾਂ ਇਹਨੂੰ ਆਨਸਰ ਨਹੀਂ ਮੰਨ ਸਕਦੇ, ਕਿਉਂਕਿ ਇਹ ਇੱਕ ਜਰਨਲ ਸਟੇਟਮੈਂਟ ਹੈ, ਨਾਰਮਲ ਸਟੇਟਮੈਂਟ ਹੈ, ਇਹ ਆਪਣਾ ਆਨਸਰ ਨਹੀਂ ਹੈਗਾ। ਦੀ ਸਿਸਟਮ ਹੈਜ਼ ਫੇਲਡ, ਤਾਂ ਆਪਾਂ ਸਿਸਟਮ ਨੂੰ ਫੇਲ ਮੰਨਾਂਗੇ। ਤਾਂ ਸਿਸਟਮ ਨੂੰ ਫੇਲ ਕਿਉਂ ਮੰਨਾਂਗੇ? ਕਿਉਂਕਿ ਜਿਹੜਾ ਬੱਚਾ ਹੈ ਇਹਦਾ ਮਤਲਬ ਹੈ ਕਿ ਸਿਸਟਮ ਦਾ ਉਹਦੇ ਵਿੱਚ ਰੋਲ ਹੈ, ਉਹ ਬੱਚੇ ਨੂੰ ਚੰਗੀ ਤਰ੍ਹਾਂ ਸਿਖਾ ਨਹੀਂ ਪਾ ਰਿਹਾ, ਠੀਕ ਹੈ। ਤਾਂ ਬੱਚੇ ਦੇ ਫੇਲ ਹੋਣ ਦਾ ਤਾਂ ਬਣਦਾ ਹੀ ਨਹੀਂ, ਠੀਕ ਹੈ। ਤਾਂ ਜਿਹੜਾ ਤੀਸਰਾ ਆਪਣਾ ਆਪਸ਼ਨ ਹੈ ਦਾ ਚਾਈਲਡ ਨਾਟ ਫਿਟ ਫॉर ਸਟੱਡੀ, ਇਹ ਨਹੀਂ ਹੋ ਸਕਦਾ ਕਿ ਕੋਈ ਵੀ ਬੱਚਾ ਸਟੱਡੀ ਲਈ ਫਿੱਟ ਨਾ ਹੋਵੇ, ਠੀਕ ਹੈ, ਕਿਉਂਕਿ ਸਾਰੇ ਬੱਚੇ ਸਕੂਲ ਦੇ ਵਿੱਚ ਦਾਖਲ ਹੁੰਦੇ ਨੇ, ਠੀਕ ਹੈ, ਆਪਣੇ ਮੈਂਟਲ ਲੈਵਲ ਦੇ ਅਨੁਸਾਰ ਉਹ ਚੱਲਦੇ ਨੇ, ਠੀਕ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਬੈਸਟ ਆਨਸਰ ਹੈ ਉਹ ਹੈ ਆਨਸਰ ਨੰਬਰ 2, ਤਾਂ ਸਿਸਟਮ ਹੈਜ਼ ਫੇਲਡ। ਇਹੋ ਜਿਹਾ ਕੁਐਸਚਨ ਜੇ ਤੁਹਾਨੂੰ ਆਉਂਦਾ ਤਾਂ ਜੇ ਇਹਦੇ ਵਿੱਚ ਤੁਹਾਨੂੰ ਇਹ ਆਪਸ਼ਨ ਮਿਲਦਾ ਦੀ ਸਿਸਟਮ ਹੈਜ਼ ਫੇਲਡ, ਤਾਂ ਇਹ ਤੁਹਾਡਾ ਆਨਸਰ ਹੋਊਗਾ ਸਹੀ, ਠੀਕ ਹੈ ਜੀ। ਤਾਂ ਸਿਸਟਮ ਨੂੰ ਆਪਾਂ ਫੇਲ ਮੰਨਾਂਗੇ ਕਿ ਸਿਸਟਮ ਦੇ ਵਿੱਚ ਕਮੀ ਹੈ ਕਿ ਉਹ ਬੱਚੇ ਨੂੰ ਚੰਗੀ ਤਰ੍ਹਾਂ ਸਿਖਾ ਨਹੀਂ ਪਾ ਰਿਹਾ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬਹੁਤ ਚੋਣ ਪ੍ਰਸ਼ਨ ਕਿਹੜੇ ਨੇ? ਆਬਜੈਕਟਿਵ ਕੁਐਸਚਨਸ ਆਰ ਟਰੂ ਫਾਲਸ, ਸ਼ਾਰਟ ਆਨਸਰ, ਓਪਨ ਐਂਡਡ ਜਾਂ ਐਸੇ ਟਾਈਪ। ਤਾਂ ਇਹ ਕੁਐਸਚਨ ਤੁਸੀਂ ਕਾਮਨ ਸੈਂਸ ਦੇ ਆਧਾਰ 'ਤੇ ਕੁਐਸਚਨ ਹੈ ਵੀ, ਠੀਕ ਹੈ। ਜਿਹੜੇ ਇਹਨਾਂ ਵਿੱਚੋਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਆਊਗਾ, ਟਰੂ ਫਾਲਸ, ਠੀਕ ਹੈ। ਜਿਹੜੇ ਟਰੂ ਫਾਲਸ ਆਉਂਦੇ ਨੇ ਉਹ ਬਹੁਤ ਚੋਣ ਪ੍ਰਸ਼ਨ ਦੇ ਵਿੱਚ ਆਉਂਦੇ ਨੇ, ਕਿਉਂਕਿ ਜਦੋਂ ਆਪਾਂ ਕੋਈ ਵੀ ਪੇਪਰ ਆਪਾਂ ਦਿੰਦੇ ਹਾਂ ਜਿਹੜੇ ਗਵਰਨਮੈਂਟ ਦੇ ਪੇਪਰ, ਠੀਕ ਹੈ, ਹੁਣ ਤੁਸੀਂ PS ਟੈਟ ਵੀ ਦਿਓਗੇ, ਇਹ ਵੀ ਤੁਹਾਡਾ ਆਬਜੈਕਟਿਵ ਟਾਈਪ ਕੁਐਸਚਨ ਹੈ, ਠੀਕ ਹੈ। ਆਬਜੈਕਟਿਵ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਆਪਸ਼ਨ ਹੁੰਦੇ ਨੇ, ਉਹਨਾਂ ਦੇ ਵਿੱਚ ਆਪਸ਼ਨ ਚੁਣਨਾ ਹੁੰਦਾ। ਤਾਂ ਟਰੂ ਫਾਲਸ ਵੀ ਆਪਾਂ ਨੂੰ ਇਹਦੇ ਵਿੱਚ ਆਉਂਦੇ ਨੇ, ਠੀਕ ਹੈ। ਤਾਂ ਇਹ ਬਹੁਤ ਚੋਣ ਪ੍ਰਸ਼ਨ ਦਾ ਇੱਕ ਹਿੱਸਾ ਨੇ ਟਰੂ ਫਾਲਸ, ਠੀਕ ਹੈ। ਤਾਂ ਆਪਾਂ ਆਬਜੈਕਟਿਵ ਟਾਈਪ ਕੁਐਸਚਨ ਇਹਨਾਂ 'ਚੋਂ ਦੇਖਣੇ ਕਿ ਕਿਹੜੇ ਹੁੰਦੇ ਨੇ, ਤਾਂ ਟਰੂ ਫਾਲਸ ਵਾਲੇ। ਸ਼ਾਰਟ ਆਨਸਰ ਜਿਹਦੇ ਵਿੱਚ ਲਿਖਣਾ ਪਵੇ ਤਾਂ ਉਹ ਤਾਂ ਸਾਰੇ ਸਬਜੈਕਟਿਵ ਆ ਗਏ, ਠੀਕ ਹੈ। ਤਾਂ ਆਪਾਂ ਆਬਜੈਕਟਿਵ ਚੁਣਨਾ ਤਾਂ ਟਰੂ ਫਾਲਸ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਬੌਧਿਕ ਵਿਕਾਸ ਦਾ ਕੀ ਅਰਥ ਹੈ? ਕੋਗਨੀਟਿਵ ਡਿਵੈਲਪਮੈਂਟ ਮੀਨਸ, ਇਹਦਾ ਮਤਲਬ ਕੀ ਹੈ? ਜਿਹੜਾ ਕੋਗਨੀਟਿਵ ਡਿਵੈਲਪਮੈਂਟ ਦੇ ਸਿਧਾਂਤ ਦੇ ਰਹੇ ਹੈ, ਤਾਂ ਕੋਗਨੀਟਿਵ ਡਿਵੈਲਪਮੈਂਟ ਕੀ ਹੈ? ਡਿਵੈਲਪਮੈਂਟ ਆਫ ਇੰਟੈਲੀਜੈਂਸ, ਡਿਵੈਲਪਮੈਂਟ ਆਫ ਏ ਚਾਈਲਡ, ਡਿਵੈਲਪਮੈਂਟ ਆਫ ਫਿਜ਼ੀਕਲ ਸਕਿੱਲ ਜਾਂ ਨਨ ਆਫ ਦੀ ਅਬਵ। ਡਿਵੈਲਪਮੈਂਟ ਆਫ ਇੰਟੈਲੀਜੈਂਸ ਆਪਣੀ ਬੁੱਧੀ ਦੀ ਡਿਵੈਲਪਮੈਂਟ, ਠੀਕ ਹੈ, ਆਪਣੀ ਸਮਝ ਦੀ ਡਿਵੈਲਪਮੈਂਟ, ਜਾਂ ਡਿਵੈਲਪਮੈਂਟ ਆਫ ਏ ਚਾਈਲਡ ਜਾਂ ਇੱਕ ਬੱਚੇ ਦੀ ਡਿਵੈਲਪਮੈਂਟ, ਜਾਂ ਡਿਵੈਲਪਮੈਂਟ ਆਫ ਫਿਜ਼ੀਕਲ ਸਕਿੱਲ ਜਾਂ ਆਪਣੀਆਂ ਜਿਹੜੀਆਂ ਫਿਜ਼ੀਕਲ ਸਕਿੱਲਸ ਨੇ, ਠੀਕ ਹੈ, ਸਰੀਰਕ ਯੋਗਤਾਵਾਂ ਨੇ, ਤਾਂ ਉਹਨਾਂ ਨੂੰ ਬੌਧਿਕ ਵਿਕਾਸ ਮੰਨਿਆ ਜਾਂਦਾ, ਜਾਂ ਇਹਨਾਂ 'ਚੋਂ ਕੋਈ ਨਹੀਂ। ਤਾਂ ਬੌਧਿਕ ਵਿਕਾਸ ਕਿਹਦੇ ਨਾਲ ਸੰਬੰਧਿਤ ਹੈ ਆਪਣਾ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1, ਠੀਕ ਹੈ ਜੀ। ਤਾਂ ਇਹਨੂੰ ਕਿਹਾ ਜਾਂਦਾ ਡਿਵੈਲਪਮੈਂਟ ਆਫ ਇੰਟੈਲੀਜੈਂਸ, ਇਹ ਆਪਣੀ ਸਮਝ ਦੇ ਨਾਲ ਮਤਲਬ ਸੰਬੰਧਿਤ ਹੈ, ਇੰਟੈਲੀਜੈਂਸ ਦੇ ਨਾਲ ਸੰਬੰਧ ਹੈ। ਬੌਧਿਕ ਵਿਕਾਸ ਕਿਹਨੂੰ ਕਹਿੰਦੇ ਨੇ? ਆਪਣੇ ਮਾਈਂਡ ਦੇ ਨਾਲ, ਆਪਣੀ ਇੰਟੈਲੀਜੈਂਸ ਦੇ ਨਾਲ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਸਮਝ ਦਾ ਵਿਕਾਸ ਇਹਨੂੰ ਕਿਹਾ ਜਾਂਦਾ, ਸਮਝ ਦਾ ਵਿਕਾਸ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਨਿਮੋਨਿਕਸ ਦੀ ਧਾਰਨਾ ਕਿਸ ਨਾਲ ਸੰਬੰਧਿਤ ਹੈ? ਦੀ ਟਰਮ ਨਿਮੋਨਿਕਸ ਇਜ਼ ਰਿਲੇਟਡ ਟੂ ਮੈਮਰੀ, ਬਿਹੇਵੀਅਰ, ਫੀਲਿੰਗਸ ਜਾਂ ਹੈਬਿਟ। ਨਿਮੋਨਿਕਸ ਇੱਕ ਮਤਲਬ ਜਿਹੜਾ ਯੂਜ਼ ਕੀਤਾ ਜਾਂਦਾ, ਨਿਮੋਨਿਕਸ ਆਪਾਂ ਕਾਹਦੇ ਲਈ ਯੂਜ਼ ਕਰਦੇ ਹਾਂ? ਇਹੋ ਜਿਹੇ ਕੁਐਸਚਨ ਤੁਹਾਨੂੰ CDP ਦੇ ਵਿੱਚ ਦੇਖਣ ਨੂੰ ਮਿਲ ਸਕਦੇ ਆ, ਠੀਕ ਹੈ ਜੀ। ਤਾਂ ਸਾਰੇ ਕੁਐਸਚਨ ਆਪਣੇ ਐਂਡ ਤੱਕ ਅਟੈਂਪਟ ਕਰਿਆ ਕਰੋ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਤਾਂ ਜੇਕਰ ਤੁਸੀਂ ਆਪਣੀ SST ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਪੈਰਲਲ ਬੈਚ ਚੱਲ ਰਹੇ ਨੇ, ਠੀਕ ਹੈ ਜੀ, SST ਦੇ, ਜਿਹਦੇ ਵਿੱਚ ਜੋਗਰਾਫੀ, ਪੋਲਿਟੀ ਤੇ ਹਿਸਟਰੀ ਹੈ, ਠੀਕ ਹੈ। ਪਲੇਲਿਸਟ ਬਣੀਆਂ ਹੋਈਆਂ, ਚੈਨਲ 'ਤੇ ਜਾਓ,
प्लेलिस्ट ਦੇ ਵਿੱਚ ਜਾ ਕੇ ਸਾਰੀਆਂ ਵੀਡੀਓ ਨੂੰ ਅਟੈਂਡ ਕਰੋ। ਉਹਦੇ ਵਿੱਚੋਂ ਕੁਐਸਚਨ ਤੁਹਾਨੂੰ ਪੀਐਸ ਟੈਟ ਤੇ ਪੰਜਾਬ ਦੇ ਜਿੰਨੇ ਵੀ ਆਉਣ ਵਾਲੇ ਪੇਪਰ ਨੇ ਉਹਨਾਂ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਣਗੇ, ਕਿਉਂਕਿ ਆਪਾਂ ਇੱਕ ਵੀ ਕੁਐਸਚਨ ਤੁਹਾਡੇ ਅੱਗੇ ਫालतू ਨਹੀਂ ਰੱਖਦੇ। ਸਾਰੇ ਕੁਐਸਚਨ ਆਪਾਂ ਪੂਰਾ ਐਨਾਲਿਸਿਸ ਕਰਕੇ ਪੂਰੀ ਮਿਹਨਤ ਦੇ ਨਾਲ ਤੁਹਾਡੇ ਅੱਗੇ ਰੱਖਦੇ ਹਾਂ, ਠੀਕ ਹੈ ਜੀ। ਤਾਂ ਸਾਰੀਆਂ ਕਲਾਸਾਂ ਆਪਣੀਆਂ ਅਟੈਂਡ ਕਰੋ, ਤੁਹਾਨੂੰ ਆਉਣ ਵਾਲੇ ਪੇਪਰਾਂ ਦੇ ਵਿੱਚ ਬਹੁਤ ਫਾਇਦਾ ਦੇਣਗੀਆਂ। ਤਾਂ ਨਿਮੋਨਿਕਸ ਕਾਹਦੇ ਨਾਲ ਸੰਬੰਧਿਤ ਹੈ? ਇਸ ਕੁਐਸਚਨ ਦਾ ਜਿਹੜਾ ਆਨਸਰ ਨੰਬਰ 1 ਮੈਮਰੀ ਦੇ ਨਾਲ। ਆਪਾਂ ਕਹਿੰਦੇ ਨਹੀਂ ਕਿ ਆਪਾਂ ਇਹ ਚੀਜ਼ ਨੂੰ ਇੱਕ ਨਿਮੋਨਿਕਸ ਦੇ ਤੌਰ 'ਤੇ ਯਾਦ ਕਰ ਲਓ, ਵੀ ਇੱਕ ਨਿਮੋਨਿਕਸ ਬਣਾ ਕੇ ਯਾਦ ਕਰ ਲਓ, ਠੀਕ ਹੈ। ਤਾਂ ਆਪਾਂ ਨਿਮੋਨਿਕਸ ਕਾਹਦੇ ਨਾਲ ਯਾਦ ਕਰਦੇ ਹਾਂ? ਯਾਦ ਕਰਨਾ ਮਤਲਬ ਮੈਮਰੀ, ਠੀਕ ਹੈ। ਤਾਂ ਨਿਮੋਨਿਕਸ ਕਾਹਦੇ ਨਾਲ ਸੰਬੰਧ ਨੇ? ਮੈਮਰੀ ਨਾਲ ਨੇ। ਬਿਹੇਵੀਅਰ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ, ਫੀਲਿੰਗਸ ਨਾਲ ਨਹੀਂ ਜਾਂ ਹੈਬਿਟ ਨਾਲ ਨਹੀਂ। ਤਾਂ ਆਪਣੇ ਦਿਮਾਗ ਨਾਲ ਸੰਬੰਧਿਤ ਚੀਜ਼ ਹੈ ਇਹ ਨਿਮੋਨਿਕਸ। ਜਦੋਂ ਆਪਾਂ ਕੋਈ ਵੀ ਚੀਜ਼ ਨੂੰ ਨਿਮੋਨਿਕਸ ਬਣਾ ਕੇ ਯਾਦ ਕਰਦੇ ਹਾਂ, ਠੀਕ ਹੈ, ਤਾਂ ਮੈਮਰੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਗਿਫਟਡ ਵਿਦਿਆਰਥੀ ਕਿਹੜੇ ਹੁੰਦੇ ਨੇ? ਗਿਫਟਡ ਸਟੂਡੈਂਟਸ ਆਰ ਇੰਡੀਪੈਂਡੈਂਟ ਇਨ ਦੇਅਰ ਜਜਮੈਂਟ, ਗੁੱਡ ਇਨ ਨੇਚਰ, ਕਾਮ ਐਂਡ ਹੈਲਪਫੁਲ ਜਾਂ ਆਲ ਆਫ ਦੀ ਅਬਵ। ਗਿਫਟਡ ਬੱਚੇ ਕਿਹੜੇ ਹੁੰਦੇ ਨੇ? ਗਿਫਟਡ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਸਪੈਸ਼ਲ ਮਤਲਬ ਕਾਬਲੀਅਤ ਹੁੰਦੀ ਹੈ, ਕੋਈ ਕੰਮ ਕਰਨ ਦੀ, ਠੀਕ ਹੈ, ਜਿਨ੍ਹਾਂ ਦੇ ਵਿੱਚ ਕੋਈ ਮਤਲਬ ਸਪੈਸ਼ਲ ਸਕਿੱਲ ਹੁੰਦੀ ਹੈ ਜਿਨ੍ਹਾਂ ਦੇ ਵਿੱਚ, ਠੀਕ ਹੈ, ਤਾਂ ਉਹਨਾਂ ਨੂੰ ਗਿਫਟਡ ਕਹਿੰਦੇ ਨੇ। ਗਿਫਟਡ ਵਿਦਿਆਰਥੀ ਹੁੰਦੇ ਕਿਹੜੇ ਨੇ? ਇਹਨਾਂ 'ਚ ਉਹਨਾਂ ਦਾ ਗੁਣ ਕਿਹੜਾ ਹੈ? ਗੁੱਡ ਇਨ ਨੇਚਰ, ਕਾਮ ਐਂਡ ਹੈਲਪਫੁਲ। ਤਾਂ ਇਹਨਾਂ ਦੇ ਗੁਣ ਨਹੀਂ ਹੈਗੇ। ਆਪਾਂ ਇੱਕ ਬੈਸਟ ਆਨਸਰ ਚੁਣਨਾ ਹੁੰਦਾ। CDP ਦਾ ਫੰਡਾ ਹੀ ਇਹ ਹੈ ਕਿ ਇਹਦੇ ਵਿੱਚੋਂ ਤੁਸੀਂ ਇੱਕ ਬੈਸਟ ਆਨਸਰ ਚੁਣਨਾ ਹੁੰਦਾ। ਇਹ ਆਪਾਂ ਨੂੰ ਕਨਫਿਊਜ਼ ਕਰਨ ਦੇ ਲਈ ਰੱਖਦੇ ਨੇ ਇਹ ਆਪਸ਼ਨ, ਠੀਕ ਹੈ। ਜਿਵੇਂ ਆਲ ਆਫ ਦੀ ਅਬਵ ਹੈ, ਤਾਂ ਆਪਾਂ ਇੱਥੇ ਆਲ ਆਫ ਦੀ ਅਬਵ ਲਾ ਕੇ ਆਵਾਂਗੇ ਤਾਂ ਆਲ ਆਫ ਦੀ ਅਬਵ ਆਪਣਾ ਗਲਤ ਜਾਊਗਾ। ਤਾਂ ਇਹਦੇ 'ਚ ਆਪਣਾ ਬੈਸਟ ਆਨਸਰ ਜਿਹੜਾ ਬਣਦਾ ਉਹ ਹੈ ਇੰਡੀਪੈਂਡੈਂਟ ਇਨ ਦੇਅਰ ਜਜਮੈਂਟਸ। ਤਾਂ ਜਿਹੜੇ ਗਿਫਟਡ ਬੱਚੇ ਹੁੰਦੇ ਨੇ, ਠੀਕ ਹੈ, ਉਹ ਆਪਣਾ ਇੱਕ ਸੁਤੰਤਰ ਫੈਸਲਾ ਲੈਂਦੇ ਨੇ ਖੁਦ, ਠੀਕ ਹੈ। ਉਹ ਕਿਸੇ 'ਤੇ ਡਿਪੈਂਡ ਨਹੀਂ ਹੁੰਦੇ, ਉਹ ਆਪਣਾ ਜਿਹੜਾ ਫੈਸਲਾ ਹੈ ਉਹ ਖੁਦ ਲੈਂਦੇ ਨੇ, ਉਹ ਇੰਡੀਪੈਂਡੈਂਟ ਹੁੰਦੇ ਨੇ, ਠੀਕ ਹੈ ਜੀ। ਤਾਂ ਇਹਦਾ ਬੈਸਟ ਆਨਸਰ ਹੈ ਆਨਸਰ ਨੰਬਰ 1। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜਾ ਫਾਈਨ ਮੋਟਰ ਹੁਨਰ ਹੈ? ਵਿਚ ਇਜ਼ ਅ ਫਾਈਨ ਮੋਟਰ ਸਕਿੱਲ? ਕਲਿੰਬਿੰਗ, ਪੁਲਿੰਗ, ਰਨਿੰਗ ਜਾਂ ਰਾਈਟਿੰਗ। ਤਾਂ ਇੱਕ ਹੁੰਦਾ ਗ੍ਰੋਸ ਮੋਟਰ, ਇੱਕ ਹੁੰਦਾ ਫਾਈਨ ਮੋਟਰ, ਠੀਕ ਹੈ। ਮੋਟਰ ਸਕਿੱਲ ਹੁੰਦੀਆਂ ਨੇ ਜਿਹੜੀਆਂ ਆਪਣੀਆਂ, ਠੀਕ ਹੈ। ਤਾਂ ਇਹ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਹੀ ਆਉਂਦੀਆਂ ਆਪਣੀਆਂ ਜਿਹੜੀਆਂ ਮੋਟਰ ਸਕਿੱਲ ਹੁੰਦੀਆਂ ਨੇ। ਤਾਂ ਇੱਕ ਹੁੰਦਾ ਗ੍ਰੋਸ ਮੋਟਰ, ਇੱਕ ਹੁੰਦਾ ਫਾਈਨ ਮੋਟਰ। ਤਾਂ ਤੁਹਾਨੂੰ ਇਹਨਾਂ ਵਿੱਚੋਂ ਪਤਾ ਹੋਣਾ ਚਾਹੀਦਾ ਕਿ ਫਾਈਨ ਮੋਟਰ ਕਿਹੜਾ ਹੈ। ਫਾਈਨ ਜਿਹਨੂੰ ਆਪਾਂ ਸੌਫਟ ਵੀ ਕਹਿ ਦਿੰਦੇ ਹਾਂ, ਠੀਕ ਹੈ, ਸੌਫਟ ਦੇ ਵਿੱਚ ਆਉਂਦਾ। ਸੌਫਟ ਜੇ ਕੰਮ ਕਰਦੇ ਹਾਂ ਜਿਹੜੇ ਆਪਾਂ, ਜਿਹਦੇ ਵਿੱਚ ਆਪਣਾ ਜ਼ਿਆਦਾ ਜਿਹੜਾ ਆਪਣਾ ਜ਼ੋਰ ਨਹੀਂ ਲੱਗਦਾ, ਠੀਕ ਹੈ। ਤਾਂ ਇਹ ਫਾਈਨ ਮੋਟਰ ਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ। ਆਨਸਰ ਨੰਬਰ 4 ਆਊਗਾ ਰਾਈਟਿੰਗ। ਰਾਈਟਿੰਗ ਮਤਲਬ ਜਿਹੜੇ ਨੋਰਮਲ ਕੰਮ ਨੇ, ਜਿਨ੍ਹਾਂ ਦੇ ਵਿੱਚ ਆਪਣਾ ਜ਼ਿਆਦਾ ਜ਼ੋਰ ਅਜ਼ਮਾਇਸ਼ ਨਹੀਂ ਹੁੰਦੀ, ਤਾਂ ਉਹ ਹੁੰਦੇ ਹੈਗੇ ਫਾਈਨ ਮੋਟਰ। ਜ਼ੋਰ ਅਜ਼ਮਾਇਸ਼ ਵਾਲੇ ਜਿਹੜੇ ਬਿਨਾਂ ਜ਼ੋਰ ਅਜ਼ਮਾਇਸ਼ ਵਾਲੇ ਕੰਮ ਹੁੰਦੇ ਨੇ ਉਹ ਹੁੰਦੇ ਨੇ ਫਾਈਨ ਮੋਟਰ। ਗ੍ਰੋਸ ਮੋਟਰ ਹੁੰਦਾ ਜਿਵੇਂ ਕਲਿੰਬਿੰਗ ਕਰਨਾ, ਪੁਲਿੰਗ ਕਰਨਾ, ਰਨਿੰਗ ਕਰਨਾ, ਜਿਹਦੇ ਵਿੱਚ ਆਪਣੇ ਫਿਜ਼ੀਕਲ ਪੂਰਾ ਜ਼ੋਰ ਲੱਗਦਾ ਆਪਣਾ, ਪੂਰੀ ਵਧੀਆ ਐਕਟੀਵਿਟੀ ਹੁੰਦੀ ਹੈ, ਤਾਂ ਉਹ ਹੁੰਦੇ ਆ ਗ੍ਰੋਸ ਮੋਟਰ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਫਾਈਨ ਮੋਟਰ ਦੇ ਵਿੱਚ ਆਊਗਾ ਆਪਣਾ ਰਾਈਟਿੰਗ। ਰਾਈਟਿੰਗ ਇਹਦਾ ਸਹੀ ਆਨਸਰ ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, IQ ਨੰਬਰ ਅਕਸਰ ਅਕਾਦਮਿਕ ਪ੍ਰਦਰਸ਼ਨ ਨਾਲ ਸੰਬੰਧਿਤ ਹੁੰਦੇ ਨੇ। IQ ਸਕੋਰਸ ਆਰ ਜਨਰਲੀ ਰਿਲੇਟਡ ਵਿਦ ਅਕੈਡਮਿਕ ਪਰਫਾਰਮੈਂਸ। ਤਾਂ ਕਿਹੜੀ ਅਕੈਡਮਿਕ ਪਰਫਾਰਮੈਂਸ? ਹਾਈਲੀ, ਲੀਸਟ, ਪਰਫੈਕਟਲੀ ਜਾਂ ਨਨ ਆਫ ਦੀ ਅਬਵ। IQ ਆਪਾਂ ਕਦੋਂ ਮਾਪਦੇ ਹਾਂ? ਤਾਂ ਮਤਲਬ ਸੰਬੰਧਿਤ ਕਾਹਦੇ ਨਾਲ ਹੁੰਦੇ ਨੇ ਜਿਹੜਾ ਆਪਾਂ IQ ਕੱਢਦੇ ਹਾਂ, ਠੀਕ ਹੈ। IQ ਵਾਲਾ ਕੁਐਸਚਨ ਆਪਾਂ ਪਿਛਲੇ ਸੈਸ਼ਨ ਦੇ ਵਿੱਚ ਕਰਿਆ ਸੀ, ਜਿਹਦੇ ਵਿੱਚ ਜਿਹੜਾ IQ ਦਾ ਫਾਰਮੂਲਾ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਸੀ। IQ ਬਰਾਬਰ ਹੈ ਆਪਣੀ ਕ੍ਰੋਨੋਲੋਜੀਕਲ ਏਜ ਅਤੇ ਮੈਂਟਲ ਏਜ, ਇਹਨਾਂ ਨੂੰ ਮਲਟੀਪਲਾਈ ਕਰਨਾ ਹੁੰਦਾ ਆਪਾਂ 100 ਨਾਲ, ਉਹਦੇ ਨਾਲ ਆਪਣਾ ਜਿਹੜਾ IQ ਨਿਕਲ ਕੇ ਆ ਜਾਂਦਾ, ਠੀਕ ਹੈ ਜੀ। ਤਾਂ IQ ਨੰਬਰ ਜਿਹੜੇ ਅਕਸਰ ਅਕਾਦਮਿਕ ਪ੍ਰਦਰਸ਼ਨ ਨਾਲ ਸੰਬੰਧ, ਕਿਹੜੇ ਅਕਾਦਮਿਕ ਪ੍ਰਦਰਸ਼ਨ ਨਾਲ ਹੁੰਦੇ ਨੇ? ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਹਾਈਲੀ, ਠੀਕ ਹੈ। ਤਾਂ ਹਾਈਲੀ ਮਤਲਬ ਆਪਾਂ ਉਹਨਾਂ ਦਾ IQ ਦੇਖਦੇ ਹਾਂ ਕਿ ਜਿਹੜੇ ਬੱਚੇ ਬਹੁਤ ਵਧੀਆ ਹੁੰਦੇ ਨੇ, ਆਪਦੇ ਵਧੀਆ ਪ੍ਰਦਰਸ਼ਨ ਕਰਦੇ ਨੇ, ਤਾਂ IQ ਲੈਵਲ ਉਹਨਾਂ ਨਾਲ ਸੰਬੰਧਿਤ ਹੁੰਦਾ। ਹਾਈਲੀ ਇਹਦਾ ਆਨਸਰ ਆਊਗਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਮਾਜੀਕਰਨ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਬੱਚੇ ਅਤੇ ਵੱਡੇ ਕਿੱਥੋਂ ਸਿੱਖਦੇ ਨੇ? ਸੋਸ਼ਲਾਈਜੇਸ਼ਨ ਇਜ਼ ਅ ਪ੍ਰੋਸੈਸ ਬਾਈ ਵਿਚ ਚਿਲਡਰਨ ਐਂਡ ਅਡਲਟ ਆਰ ਲਰਨ ਫਰੋਮ। ਫੈਮਿਲੀ, ਸਕੂਲ, ਫਰੈਂਡਸ ਜਾਂ ਆਲ ਆਫ ਦੀ ਅਬਵ। ਸਮਾਜੀਕਰਨ ਆਪਣਾ ਕੀ ਹੁੰਦਾ? ਸਮਾਜ ਦੇ ਵਿੱਚ ਆਪਾਂ ਵਿਚਰਦੇ ਹਾਂ ਤਾਂ ਉਹਨੂੰ ਸਮਾਜੀਕਰਨ ਕਿਹਾ ਜਾਂਦਾ। ਸਮਾਜੀਕਰਨ ਮਤਲਬ ਜਿਹੜੀਆਂ ਚੀਜ਼ਾਂ ਆਪਾਂ ਸਿੱਖਦੇ ਹਾਂ ਸਮਾਜ ਦੇ ਕੋਲੋਂ, ਉਹਨਾਂ ਦੀ ਨਕਲ ਕਰਕੇ, ਠੀਕ ਹੈ, ਤਾਂ ਉਹਨਾਂ ਦੇ ਨਾਲ ਮਤਲਬ ਗੱਲਾਂ ਬਾਤਾਂ ਕਰਕੇ, ਤਾਂ ਉਹ ਸਾਰਾ ਆਪਣਾ ਸਮਾਜੀਕਰਨ ਦਾ ਹਿੱਸਾ ਹੀ ਆ ਜਾਂਦਾ। ਤਾਂ ਉਹ ਪ੍ਰਕਿਰਿਆ ਜਿਹਦੇ ਵਿੱਚ ਕੀ ਇਹਨਾਂ 'ਚੋਂ ਕਿਹੜੀ ਚੀਜ਼ ਰੋਲ ਅਦਾ ਕਰਦੀ ਹੈ? ਫੈਮਿਲੀ, ਸਕੂਲ, ਫਰੈਂਡਸ ਜਾਂ ਆਲ ਆਫ ਦੀ ਅਬਵ। ਤਾਂ ਇਹ ਸਭ ਤੋਂ ਸੌਖਾ ਕੁਐਸਚਨ ਹੈ, ਇਹਦਾ ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਣਾ, ਆਲ ਆਫ ਦੀ ਅਬਵ। ਫੈਮਿਲੀ ਵੀ ਇਹਦੇ 'ਚ ਰੋਲ ਅਦਾ ਕਰਦੀ ਹੈ, ਸਕੂਲ ਵੀ ਰੋਲ ਅਦਾ ਕਰਦਾ ਅਤੇ ਫਰੈਂਡਸ ਵੀ ਰੋਲ ਅਦਾ ਕਰਦੇ ਨੇ, ਠੀਕ ਹੈ। ਤਾਂ ਸਮਾਜੀਕਰਨ ਦਾ ਇਹਦਾ ਆਨਸਰ ਆਊਗਾ ਆਨਸਰ ਨੰਬਰ 4। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਿਹੜੀ ਅਵਸਥਾ ਵਿੱਚ ਸਰੀਰਕ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ? ਇਨ ਵਿਚ ਸਟੇਜ ਦੀ ਫਿਜ਼ੀਕਲ ਗਰੋਥ ਇਜ਼ ਰੈਪਿਡ।
बहुत तेज़ी नाल जिहड़ा अपना सरीरक वाधा हुंदा है। इन्फेंसी, अडल्टहुड, अडोलसेंस या अर्ली चाइल्डहुड। ये क्वेश्चन बहुत बारी रिपीट होया क्वेश्चन है टैट दे विच, ठीक है जी। वैसे तो सारे क्वेश्चन ही रिपीट होए ने, ठीक है, तो ये भी क्वेश्चन बहुत बार रिपीट होया क्वेश्चन है, ये तुहानूं अगे देखण नूं मिल सकदा है। तो किहड़ी अवस्था है वो अपनी, ये अवस्थावां तुहाडे सारियां याद होणीਆਂ चाहीदियां, स्टेजां अपणीਆਂ कि कित्थे अपनी किन्नी कुछ ग्रोथ हुंदी है, ठीक है। तो सब तो वध जिहड़ी तेज़ी नाल अपनी ग्रोथ हुंदी है, तो इस क्वेश्चन का जिहड़ा आंसर है, आंसर नंबर 1 इन्फेंसी दे विच, जो बच्चा जमा छोटा होंदा मतलब, ठीक है, इन्फेंसी दे विच अपनी बचपन दे विच बहुत तेज़ी नाल अपना विकास मतलब वाधा हुंदा है, ठीक है, सरीरक वाधा। तो इन्फेंसी इहदा सही आंसर आऊगा। अगला जिहड़ा अपना क्वेश्चन है, बुद्धि के 2 पक्ष सिद्धांत किहदा है? टू फैक्टर थ्योरी। टू फैक्टर थ्योरी किहदी है? टू फैक्टर थ्योरी ऑफ इंटैलीजेंस इज़ क्वाइंड बाय हुम? टू फैक्टर थ्योरी ऑफ इंटैलीजेंस इज़ क्वाइंड बाय हुम? तो टू फैक्टर थ्योरी ऑफ इंटैलीजेंस किहदी है? जीन पियाजे दी है, वाइगोस्की, स्पीयरमैन या कोहलबर्ग? तो इहो जिहियां थ्योरीज ते टर्म्स तुहानूं पुछियां जाणगीਆਂ, चंगे तरीके नाल याद करके जाओ, ठीक है जी। जे पेपर का लैवल मॉडरेट आया तो तुहानूं इन्हां बारे पता होना चाहिए। तो इस क्वेश्चन का जिहड़ा आंसर है, आंसर नंबर 3 स्पीयरमैन, ठीक है जी। स्पीयरमैन का यह टू फैक्टर थ्योरी ऑफ इंटैलीजेंस, स्पीयरमैन का सिद्धांत है, ठीक है जी। अगला अपना क्वेश्चन है, अज के सैशन का अपना जिहड़ा लास्ट क्वेश्चन है, ठीक है जी। तो किहड़ा सीखण दा एक तरीका नहीं है? द टर्म डजंट रिलेट टू स्टाइल ऑफ लर्निंग, कंटीन्यूअस, ओरल, कंपैरेटिव या रोट लर्निंग। सीखण दा एक तरीका नहीं हैगा इन्हां चों, ठीक है, जिहदे नाल आपां सिखदे हां, लर्न करदे हां। तो इन्हां चों एक तरीका है नहीं गा जिहदे नाल आपां सिखदे हां, ठीक है। तो ये अपना लास्ट क्वेश्चन है, ठीक है। इहो जिहे क्वेश्चन तुहानूं देखण नूं मिलणगे पेपर दे विच। तो इस क्वेश्चन का जिहड़ा आंसर है, आंसर नंबर 4 रोट लर्निंग। रोट लर्निंग का की मतलब है? रटना। किसी चीज़ नूं रट के नहीं आपां सीख सकदे, ठीक है। सीखना तो नैचुरल ही हुंदा, रट के आपां किसी भी चीज़ नूं सीख नहीं सकते, ठीक है। तो ये अपना जिहड़ा अज दा सैशन सी वो कंप्लीट हो गया। सैशन नूं 2-3 बारी रिवाइज़ कर लिया करो, सुनने नाल तुहाडे ज़्यादा याद हुंदा, ठीक है जी। तो नोट्स अपने खुद बनाओ, ठीक है, मैं तुहानूं यही प्रैफर करदा, ठीक है जी। तो सैशन अपने सारे लगाओ, क्योंकि कंटिन्यू तुहाडे सैशन आउंदे रहणगे। 2 बजे तुहाडा जिहड़ा CDP का बैच अपलोड होया करना है, ठीक है। तो सुबह 10 बजे जिहड़ी अपनी क्लास आउंदी है जोग्राफी की, वो भी अटेंड करा करो। तो शाम नूं 5 बजे अपनी पंजाब GK की आउंदी है, वो भी अटेंड करा करो, ठीक है। सारियां क्लासेस तुहाडे लई बहुत फायदेमंद ने, ठीक है, क्योंकि आप बहुत मेहनत नाल तुहाडे अगे एक एक क्वेश्चन लैके आने हैं। तो चैनल नूं अपने नूं सबसक्राइब कर लिओ, ठीक है जी। बैल आइकन ते प्रेस कर लिओ, क्योंकि तुहाडे लई बहुत वधिया वधिया कंटेंट आपां रखिया होया है, ऑन दी वे है, तो अपलोड हुंदा रहूगा, ठीक है जी। मैराथन सैशनस भी अपने अपलोड होणगे, ठीक है, वेट करो। तो अज दी क्लास दा आपां इत्थे एंड करदे हां। अज दी क्लास देखण दे लई बहुत बहुत धन्नवाद।